ਵਾਲੇਕਮ ਜੀ। ਵਾਲੇਕਮ ਸਲਾਮ। ਬਹੁਤ ਜੀ ਆਵਾਮ 1847 ਦਾ ਫਰਟੀਲਾਈਜ਼ਰ ਪਲਾਨ ਪੁੱਛਦੀ ਹੈ। ਵੈਰੀ ਗੁੱਡ, ਬਹੁਤ ਅੱਛਾ ਸਵਾਲ ਹੈ। 1847 ਦਾ ਫਰਟੀਲਾਈਜ਼ਰ ਪਲਾਨ ਮੈਂ ਵੀ ਬੜੇ ਕਮੈਂਟਸ ਦੇ ਵਿੱਚ ਚੈੱਕ ਕੀਤਾ, ਕਮੈਂਟਸ ਦੇ ਥੱਲੇ ਆ ਰਿਹਾ 1847 ਦਾ ਫਰਟੀਲਾਈਜ਼ਰ ਪਲਾਨ ਹਰ ਬੰਦਾ ਪੁੱਛੀ ਜਾ ਰਿਹਾ। ਇਹਦਾ ਸਾਦਾ ਜਿਹਾ ਜਵਾਬ ਇਹ ਆ ਕਿ ਫਰਟੀਲਾਈਜ਼ਰ ਪਲਾਨ ਜਿਹੜਾ ਹੁੰਦਾ ਹੈ ਹਮੇਸ਼ਾ ਤਿੰਨ ਚੀਜ਼ਾਂ ਤੇ ਡਿਪੈਂਡ ਕਰ ਰਿਹਾ ਹੁੰਦਾ ਹੈ। ਯਾਨੀ ਸਾਡੀ ਵੈਰਾਈਟੀ ਕਿਹੜੀ ਏ, ਸਾਡੀ ਜ਼ਮੀਨ ਕਿਸ ਕਿਸਮ ਦੀ ਏ, ਤੇ ਸਾਡੇ ਕੋਲ ਪਾਣੀ ਕਿਹੜਾ ਅਵੇਲੇਬਲ ਹੈ। ਯਾਨੀ ਨਹਿਰੀ ਪਾਣੀ ਹੈ, ਟਿਊਬਵੈਲ ਵਾਲਾ ਪਾਣੀ ਹੈ, ਸਾਡੀ ਜ਼ਮੀਨ ਮਹਿਰਾ ਹੈ ਜਾਂ ਪੱਕੀ ਜ਼ਮੀਨ ਹੈ ਜਾਂ ਕਲਰ ਸ਼ੋਰਜ਼ਦਾ ਜ਼ਮੀਨ ਹੈ। ਇਹ ਸਾਰੀਆਂ ਜ਼ਮੀਨਾਂ ਦਾ ਫਰਟੀਲਾਈਜ਼ਰ ਪਲਾਨ ਫਰਕ ਹੁੰਦਾ ਹੈ, ਥੋੜਾ ਫਰਕ ਹੁੰਦਾ ਹੈ। ਉਹ ਥੋੜਾ ਫਰਕ ਜਿਹੜਾ ਤੁਹਾਨੂੰ ਉਹ ਵੀ ਨਾਲ ਡਿਸਕਸ ਕਰਾਂਗਾ, ਲੇਕਿਨ ਪਹਿਲੇ 1847 ਦੇ ਜਨਰਲ ਫਰਟੀਲਾਈਜ਼ਰ ਪਲਾਨ ਦੇ ਉੱਤੇ ਗੱਲ ਕਰਾਂਗਾ। ਜਨਰਲ ਫਰਟੀਲਾਈਜ਼ਰ ਪਲਾਨ ਦੇ ਵਿੱਚ ਹਰ ਬੰਦੇ ਦਾ ਆਪਣਾ ਬਿਲੀਫ ਤੇ ਹਰ ਬੰਦੇ ਦਾ ਆਪਣਾ ਤਰੀਕਾ ਹੁੰਦਾ ਹੈ। ਮੇਰਾ ਇਹ ਬਿਲੀਫ ਹੈ ਕਿ ਮਨਾਸਬ ਡੋਜ਼ ਦੇ ਵਿੱਚ, ਮਨਾਸਬ ਖੁਰਾਕ ਦੇ ਵਿੱਚ ਅੱਛੀ ਪੈਦਾਵਾਰ ਲਈ ਜਾਏ। ਉਹਦੇ ਵਿੱਚ ਮੈਂ ਕੀ ਕਰ ਰਿਹਾ, ਮੈਂ ਆਪਣੇ ਜ਼ਾਤੀ ਫਾਰਮ ਦੇ ਉੱਤੇ ਕੀ ਕਰ ਰਿਹਾ ਕਿ ਜਿਹੜਾ ਪਲਾਨ ਪਹਿਲੀ ਜਿਹੜੀ ਖਾਦ ਇਸਤੇਮਾਲ ਕਰ ਰਿਹਾ, ਪਹਿਲੀ ਗੱਲ ਇਹ ਆ ਕਿ 5ਵੇਂ ਤੋਂ 6ਵੇਂ ਦਿਨ ਪਨੀਰੀ ਦੀ ਮੁੰਤਕਲੀ ਤੋਂ ਬਾਅਦ 5ਵੇਂ ਤੋਂ 6ਵੇਂ ਦਿਨ ਅਸੀਂ ਕੀ ਕਰ ਰਹੇ ਹਾਂ, ਇੱਕ ਤਾਂ ਅਸੀਂ ਜ਼ਿੰਕ ਹੈ, ਦਾਣੇਦਾਰ ਜ਼ਿੰਕ ਮੌਜੂਦ ਹੈ ਸੋਨਾ ਵਾਲਿਆਂ ਦਾ, ਇਹ ਅਸੀਂ ਪਾ ਰਹੇ ਹਾਂ 3 kg ਫੀ ਏਕੜ। ਦੂਸਰੀ ਸਾਡੇ ਕੋਲ ਚੀਜ਼ ਹੈਗੀ SOP, ਸਲਫੇਟ ਆਫ ਪੋਟਾਸ਼। SOP ਅਸੀਂ ਪਾ ਰਹੇ ਹਾਂ ਤਕਰੀਬਨ ਅੱਧਾ ਬੈਗ 20 ਤੋਂ 25 kg ਫੀ ਏਕੜ। ਤੀਸਰੀ ਸਾਡੇ ਕੋਲ ਚੀਜ਼ ਹੈ DAP ਜਿਹੜੀ ਹੈ ਉਹ ਅਸੀਂ ਪਾ ਰਹੇ ਹਾਂ ਅੱਧਾ ਬੈਗ ਫੀ ਏਕੜ ਪਹਿਲੀ ਡੋਜ਼ ਦੇ ਵਿੱਚ, ਬਲਕਿ ਇਸ ਤੋਂ ਬਾਅਦ DAP ਅਸੀਂ ਪਾਣੀ ਨਹੀਂ ਦੀ। ਔਰ ਚੌਥੀ ਚੀਜ਼ ਸਾਡੇ ਕੋਲ ਹੈ ਯੂਰੀਆ, ਸੋਨਾ ਯੂਰੀਆ ਜਾਂ ਕੋਈ ਵੀ ਯੂਰੀਆ ਅਸੀਂ 1 ਬੈਗ ਫੀ ਏਕੜ ਇਸਤੇਮਾਲ ਕਰ ਰਹੇ ਹਾਂ। ਹੁਣ ਇਹਦੇ ਵਿੱਚ DAP ਜਿਹੜੀ ਉਹ ਮੈਂ ਹਮੇਸ਼ਾ ਜ਼ਮੀਨ ਦੇ ਵਿੱਚ, ਜ਼ਮੀਨ 'ਚ ਕੱਦੂ ਕਰਨ ਤੋਂ ਪਹਿਲੇ ਹੀ ਰਿਕਮੈਂਡ ਕਰਨਾ, ਲੇਕਿਨ ਐਂਡ ਤੇ ਆ ਕੇ 1-2 ਪਲਾਟ ਰਹਿ ਗਏ ਸਨ ਤੇ ਉਹ ਮਜਬੂਰੀ ਬਣ ਗਈ ਹੁਣ ਉਹਨੂੰ ਪਾਣਾ। ਉਸ ਟਾਈਮ ਮੈਨੇਜਮੈਂਟ ਦੀ ਵਜ੍ਹਾ ਤੋਂ DAP ਹੁਣ ਉੱਤੇ ਪਾਣੀ ਪੈਂਦੀ ਹੈ। ਇਹਦੇ ਤੇ ਮੈਂ ਅਲੱਗ ਵਲੌਗ ਰਿਕਾਰਡ ਕਰਾਂਗਾ। ਬਹਰਹਾਲ ਹੁਣ ਅਸੀਂ ਟੋਟਲ ਜਿਹੜੀ ਡੋਜ਼ ਦੇਣੀ ਹੈ, ਟੋਟਲ ਜਿਹੜੀ 1847 ਨੂੰ ਮੈਂ ਖੁਦ ਦੇ ਰਿਹਾ ਔਰ ਜਿੰਦੇ ਤੇ ਮੈਨੂੰ ਯਕੀਨ ਹੈ ਇਨਸ਼ਾਅੱਲਾ ਤਾਲਾ 80 ਮਨ ਕ੍ਰਾਸ ਪੈਦਾਵਾਰ ਆਏਗੀ। ਇਹਦੇ ਵਿੱਚ 3 ਤੋਂ 3.5 ਬੋਰੀ ਯੂਰੀਆ ਜਿਹੜੀ ਅੱਛੀ ਜ਼ਮੀਨ ਹੈ, 4 ਬੋਰੀ ਯੂਰੀਆ ਕਮਜ਼ੋਰ ਜ਼ਮੀਨ ਲਈ, ਉਸ ਤੋਂ ਬਾਅਦ ਅੱਧਾ ਬੈਗ DAP ਅੱਛੀ ਜ਼ਮੀਨ ਲਈ, ਪੂਰਾ ਬੈਗ DAP ਕਮਜ਼ੋਰ ਜ਼ਮੀਨ ਲਈ, ਉਸ ਤੋਂ ਬਾਅਦ ਕਮ ਅਜ਼ ਕਮ ਅੱਧਾ ਬੈਗ 20 ਤੋਂ 25 kg ਜਿਹੜਾ ਨਾ ਉਹ ਪੋਟਾਸ਼ SOP ਸਲਫੇਟ ਆਫ ਪੋਟਾਸ਼ ਅੱਛੀ ਜ਼ਮੀਨ ਲਈ, ਕਮਜ਼ੋਰ ਜ਼ਮੀਨ ਲਈ 1 ਬੈਗ ਪੂਰਾ 50 kg ਸਲਫੇਟ ਆਫ ਪੋਟਾਸ਼ SOP। ਉਸ ਤੋਂ ਬਾਅਦ ਜ਼ਿੰਕ ਜਿਹੜੀ ਅੱਛੀ ਜ਼ਮੀਨ ਹੈ 3 kg ਜ਼ਿੰਕ ਸੋਨਾ ਵਾਲਿਆਂ ਦਾ, ਔਰ ਜਿਹੜੀ ਦਰਮਿਆਨੀ ਜਾਂ ਹਲਕੀ ਜ਼ਮੀਨ ਹੈ ਉਹਦੇ ਵਿੱਚ 6 kg ਜ਼ਿੰਕ 2 ਸਟੇਜਸ ਦੇ ਵਿੱਚ। ਯਾਨੀ ਇੱਕ ਸਟੇਜ ਸਾਡੀ ਉਹ ਹੈ ਪਹਿਲੇ 5 ਤੋਂ 6 ਦਿਨਾਂ ਦੇ ਵਿੱਚ, ਔਰ ਦੂਸਰੀ ਸਟੇਜ ਸਾਡੀ ਜਿਸ ਟਾਈਮ ਗੋਭ ਤੇ ਚਲੀ ਜਾਏ। ਇਹੀ ਸਾਰੀ ਜਿਹੜੀ ਨਾ ਖਾਦ ਅਸੀਂ ਪਾਣੀ ਹੈ 1847। ਲੇਕਿਨ ਪਾਣੀ ਕਿਸ ਤਰੀਕੇ ਨਾਲ ਹੈ, DAP ਸਭ ਤੋਂ ਪਹਿਲੇ ਪਾਣੀ ਹੁੰਦੀ ਹੈ ਜ਼ਮੀਨ ਦੇ ਵਿੱਚ ਕੱਦੂ ਕਰਨ ਤੋਂ ਪਹਿਲੇ, ਲੇਕਿਨ ਲੇਟ ਹੋਣ ਦੀ ਵਜ੍ਹਾ ਤੋਂ ਹੁਣ ਅਸੀਂ ਪਾ ਰਹੇ ਹਾਂ 5 ਤੋਂ 6 ਦਿਨ ਮੁੰਤਕਲੀ ਨੂੰ ਹੋ ਗਿਆ ਨੇ। ਇਹ ਜ਼ਰਾ ਵਿਊ ਦਿਖਾਓ ਥੋੜਾ ਜਿਹਾ ਕ੍ਰਾਪ ਦਾ। 5 ਤੋਂ 6 ਦਿਨ ਹੋ ਗਏ ਨੇ ਮੁੰਤਕਲੀ 1847 ਦੀ, ਜਿਹੜੀ ਸਾਡੀ ਲਾਸਟ ਕ੍ਰਾਪ ਮੁੰਤਕਿਲ ਹੋਈ ਉਹ ਹੈ। ਇਹਦੇ ਵਿੱਚ DAP ਰਹਿ ਗਈ ਸੀ ਇਸ ਵਜ੍ਹਾ ਤੋਂ। ਇਹਦੇ ਚੋਂ ਅਸੀਂ ਅੱਧਾ ਬੈਗ DAP, ਅੱਧਾ ਬੈਗ SOP, ਚੂੰਕਿ ਅੱਛੀ ਜ਼ਮੀਨ ਹੈ ਅੱਧਾ ਬੈਗ SOP, 1 ਥੈਲੀ ਜ਼ਿੰਕ ਦੀ 3 kg ਔਰ 1 ਬੈਗ ਯੂਰੀਆ ਉਹਨੂੰ ਅਸੀਂ ਹੁਣ ਪਾਵਾਂਗੇ 5 ਤੋਂ 6ਵੇਂ ਦਿਨ ਤੇ। ਉਸ ਤੋਂ ਬਾਅਦ ਫਿਰ 6 ਦਿਨ ਗੁਜ਼ਰਨ ਤੋਂ ਬਾਅਦ ਅਸੀਂ ਕੀ ਕਰਾਂਗੇ, ਅਸੀਂ 1 ਬੈਗ ਯੂਰੀਆ ਤੇ ਖਾਲੀ ਯੂਰੀਆ ਪਾਵਾਂਗੇ। ਅਗਰ ਕਿਸੇ ਬੰਦੇ ਨੇ SOP ਨਹੀਂ ਪਾਈ, MOP ਪਾਈ ਹੈ ਜਾਂ ਪੋਟਾਸ਼ ਨਹੀਂ ਪਾਈ, ਤੇ ਫਿਰ ਦੂਸਰੀ ਡੋਜ਼ ਦੇ ਵਿੱਚ ਜਿਹੜੀ 12ਵੇਂ ਤੇ 13ਵੇਂ ਦਿਨ ਤੇ ਆਣੀ ਹੈ ਉਹਦੇ ਵਿੱਚ ਤੁਸੀਂ 1 ਯੂਰੀਆ ਦੇ ਨਾਲ 2 ਤੋਂ 3 ਕਿਲੋ ਸਲਫਰ ਵੀ ਪਾਣਾ ਹੈ। ਉਸ ਤੋਂ ਬਾਅਦ ਤਕਰੀਬਨ 17ਵੇਂ ਤੋਂ 18ਵੇਂ ਦਿਨ ਤੇ ਜਾ ਕੇ ਤੁਸੀਂ ਫਿਰ 1 ਬੈਗ ਯੂਰੀਆ ਇਸਤੇਮਾਲ ਕਰਨਾ ਹੈ। ਫਿਰ ਫਸਲ ਦੀ ਪੋਜੀਸ਼ਨ ਦੇਖ ਕੇ ਅਗਰ ਟਿਲਰਿੰਗ ਪੂਰੀ ਹੋ ਗਈ ਹੈ 45 50 55 60 ਜਿਹੜੇ ਉਹ ਟਿਲਰ ਇੱਕ ਪੌਦੇ ਦੇ ਵਿੱਚ ਪੂਰੇ ਹੋ ਗਏ ਨੇ ਇੱਕ ਬੂਟੇ 'ਚ, ਤੇ ਫਿਰ ਠੀਕ ਹੈ। ਨਹੀਂ ਤੇ ਉਸ ਦਿਨ ਫਿਰ ਤੁਸੀਂ ਜਿਹੜਾ ਨਾ ਤਕਰੀਬਨ 24 ਤੋਂ 25 ਦਿਨ ਤੇ ਜਾ ਕੇ ਚੌਥੀ ਬੋਰੀ ਯੂਰੀਆ ਪਾਣੀ ਹੈ, ਔਰ ਉਸੇ ਚੌਥੀ ਬੋਰੀ ਦੇ ਨਾਲ ਤੁਸੀਂ 1 ਬੈਗ ਦਾਣੇਦਾਰ ਦਾ ਪਾਣਾ ਹੈ 4 kg ਦਾ। ਮੁਖਤਲਿਫ ਕੰਪਨੀਆਂ ਦੀ ਮੁਖਤਲਿਫ ਪੈਕਿੰਗ ਹੈ, 7 kg ਵੀ ਹੈ ਆ। 1 ਬੈਗ ਤੁਸੀਂ ਦਾਣੇਦਾਰ ਪਾਣਾ ਹੈ ਫੀ ਏਕੜ, ਔਰ ਦੂਸਰਾ ਦਾਣੇਦਾਰ ਬੈਗ ਹੈ ਜਿਹੜਾ ਤੁਸੀਂ ਉਹ 40 ਤੋਂ 42 ਦਿਨ ਤੇ ਜਾ ਕੇ ਪਾਣਾ ਹੈ। ਇਹ ਟੋਟਲ ਫਰਟੀਲਾਈਜ਼ਰ ਪਲਾਨ ਹੈ। ਇਨਸ਼ਾਅੱਲਾ ਤਾਲਾ ਇਸ ਪੂਰੇ ਫਰਟੀਲਾਈਜ਼ਰ ਪਲਾਨ ਦੇ ਉੱਤੇ ਮਨੋਅਨ ਅਗਰ ਅਮਲ ਕਰੋਗੇ ਤੇ ਇਨਸ਼ਾਅੱਲਾ ਤਾਲਾ ਬਹੁਤ ਅੱਛੀ ਪੈਦਾਵਾਰ ਆਏਗੀ। ਹੁਣ ਇਹਦੇ ਵਿੱਚ ਥੋੜੀ ਜਿਹੀ ਤਬਦੀਲੀ, ਅਗਰ ਸਾਡੀ ਸ਼ੋਰਜ਼ਦਾ ਜ਼ਮੀਨ ਕਲਰਾਠੀ ਜ਼ਮੀਨ ਹੋਏ ਤੇ ਅਸੀਂ ਉਹਦੇ ਥੋੜੀ ਜਿਹੀ ਤਬਦੀਲੀ ਸਿਰਫ ਇੱਕ ਕਰਨੀ ਹੈ ਕਿ ਅਸੀਂ ਉਹਦੇ ਵਿੱਚ ਸਲਫਿਊਰਿਕ ਐਸਿਡ ਐਡ ਕਰਨਾ ਹੈ। ਅਸੀਂ ਸਲਫਿਊਰਿਕ ਐਸਿਡ 20 ਤੋਂ 25 ਲੀਟਰ ਫੀ ਏਕੜ ਪੂਰੀ ਫਸਲ ਦੇ ਦੌਰਾਨ 2-2 3-3 ਲੀਟਰ 2-2 3-3 kg ਕਰਕੇ ਅਸੀਂ ਫਲੱਡ ਕਰਦੇ ਰਹਿਣਾ ਸ਼ੋਰਜ਼ਦਾ ਜ਼ਮੀਨ ਨੂੰ। ਇਸ ਤੋਂ ਇਲਾਵਾ ਜਿਸ ਟਾਈਮ ਸ਼ੋਰਜ਼ਦਾ ਜ਼ਮੀਨ ਦੇ ਵਿੱਚ ਫਸਲ ਟ੍ਰਾਂਸਪਲਾਂਟ ਕਰਨੀ ਹੈ ਉਹਦੇ ਤੋਂ ਪਹਿਲੇ ਅਸੀਂ 25 ਤੋਂ 30 ਬੈਗ
ਜਿਪਸਮ ਦੇ ਪਾਣੇ ਨੇ, ਇਸ ਤੋਂ ਇਲਾਵਾ ਕੋਈ ਹੋਰ ਮੈਨੇਜਮੈਂਟ ਨਹੀਂ ਹੈ ਕਲਰ ਜਾਂ ਸ਼ੋਰਜ਼ ਦਾ ਜ਼ਮੀਨ ਦੀ। ਔਰ ਜਿਹੜੀ ਹਲਕੀ ਜ਼ਮੀਨ ਹੈ, ਹਲਕੀ ਜ਼ਮੀਨ ਦੇ ਵਿੱਚ ਸਿਰਫ ਤੁਸੀਂ ਜਿਹੜੀ ਯੂਰੀਆ ਦੀ ਐਪਲੀਕੇਸ਼ਨ ਹੈ ਉਹਦਾ ਤਰੀਕਾਕਾਰ ਬਦਲਣਾ ਹੈ। ਉਹਦਾ ਤਰੀਕਾਕਾਰ ਕੀ ਕਰਨਾ ਹੈ ਕਿ ਜਿਸ ਟਾਈਮ ਤੁਸੀਂ ਪਾਣੀ ਲਾਇਆ, ਕਿਉਂਕਿ ਉਹਦੇ 'ਚ ਪਾਣੀ ਨਹੀਂ ਖੜਾ ਹੋ ਸਕਦਾ, ਜਿਸ ਟਾਈਮ ਤੁਸੀਂ ਪਾਣੀ ਲਾਇਆ, ਪਾਣੀ ਲਾਉਣ ਤੋਂ ਬਾਅਦ ਪਾਣੀ ਬੰਦ ਕਰ ਦਿੱਤਾ, ਉਹਨੂੰ 1 ਬੈਗ ਯੂਰੀਆ ਦੇ ਦੇਣਾ ਜਿਸ ਟਾਈਮ ਚਿੱਕੜ ਖੋਬਾ ਵਗੈਰਾ ਮੌਜੂਦ ਹੁੰਦਾ ਹੈ। ਠੀਕ, ਉਸ ਤੋਂ ਬਾਅਦ ਦਿਨ ਇੰਨਾ ਹੀ 6 ਤੋਂ 7 ਦਿਨ ਦਾ ਹੀ ਵਕਫਾ ਰੱਖਣਾ, ਲੇਕਿਨ ਇੱਕ ਰੂਟੀਨ ਨਾਲ, ਖਾਸ ਰੂਟੀਨ ਨਾਲ ਉਹਨੂੰ ਜਿਹੜਾ ਨਾ ਫਰਟੀਲਾਈਜ਼ਰ ਦਿੰਦੇ ਰਹਿਣਾ। ਜਿਹੜੀ ਪੈਲੀ 'ਚ ਪਾਣੀ ਨਹੀਂ ਖੜਾ ਹੁੰਦਾ ਉਹਦੇ 'ਚ ਦਾਣੇਦਾਰ ਦਾ ਇਸਤੇਮਾਲ ਕਰਨ ਤੋਂ ਗੁਰੇਜ਼ ਕਰਨਾ, ਉਹਦੇ 'ਚ ਸਪਰੇਅ ਕਰਨਾ, ਉਹਦੇ 'ਚ ਸਪਰੇਅ ਆਲਟਰਨੇਟਿਵ ਬਹੁਤ ਸਾਰੇ ਮੌਜੂਦ ਨੇ। ਇਹ ਇਨਸ਼ਾਅੱਲਾ ਤਾਲਾ ਇਸ ਪਲਾਨ ਦੇ ਉੱਤੇ ਮਨੋਆਨ ਅਮਲ ਕਰੋ ਤੇ ਇਨਸ਼ਾਅੱਲਾ ਅੱਲਾਹ ਪਾਕ ਦੀ ਜ਼ਾਤ ਜਿਹੜੀ ਨਾ ਉਹ ਸਾਨੂੰ, ਤੁਹਾਨੂੰ ਤੇ ਸਭ ਨੂੰ ਰਿਜ਼ਕ ਦੇਗੀ। ਇਹਦੇ ਨਾਲ ਹੀ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ।